स्वागत है ਤੁਹਾਡਾ ਸਾਡੇ YouTube ਚੈਨਲ ਦੇ ਉੱਪਰ ਜਿਸ ਵਿੱਚ ਅਸੀਂ ਸੀਟੈਟ ਪੀਟੈਟ ਔਰ ਮਾਸਟਰ ਕੇਡਰ ਐਗਜ਼ਾਮ ਦੀ ਪ੍ਰੈਪਰੇਸ਼ਨ ਕਰਵਾਉਂਦੇ ਹਾਂ ਔਰ ਅੱਜ ਅਸੀਂ ਫਿਰ ਇੱਕ ਨਵਾਂ ਚੈਪਟਰ ਲੈ ਕੇ ਹਾਜ਼ਰ ਹੋਏ ਹਾਂ ਜਿਸ ਵਿੱਚ ਅਸੀਂ ਹਾਈ ਕੋਰਟਸ ਬਾਰੇ ਪੜ੍ਹਾਂਗੇ ਔਰ ਇਸ ਤੋਂ ਪਹਿਲਾਂ ਅਸੀਂ ਸੁਪਰੀਮ ਕੋਰਟ ਦਾ ਲੈਕਚਰ ਆਪਣੇ ਚੈਨਲ ਉੱਪਰ ਅਪਲੋਡ ਕਰ ਦਿੱਤਾ ਹੈਗਾ। ਜਿਸ ਵੀ ਆਪਣੇ ਵਿਊਅਰ ਨੇ ਜਿਹੜਾ ਸੁਪਰੀਮ ਕੋਰਟ ਬਾਰੇ ਨਾ ਦੇਖਿਆ ਹੋਵੇ ਤਾਂ ਉਹ ਚੈਨਲ ਦੀ ਪਲੇਲਿਸਟ ਵਿੱਚ ਵਿਜ਼ਿਟ ਕਰ ਸਕਦਾ ਹੈਗਾ ਔਰ ਸੁਪਰੀਮ ਕੋਰਟ ਬਾਰੇ ਪੜ੍ਹ ਸਕਦਾ ਹੈਗਾ ਜੀ। ਔਰ ਅੱਜ ਅਸੀਂ ਜਾਣਾਂਗੇ ਹਾਈ ਕੋਰਟਸ ਬਾਰੇ। ਤਾਂ ਸ਼ੁਰੂ ਕਰਦੇ ਹਾਂ। ਤਾਂ ਸਾਡੇ ਸੰਵਿਧਾਨ ਦੇ ਆਰਟੀਕਲ 214 ਦੇ ਅਧੀਨ ਇਹ ਵਿਵਸਥਾ ਕੀਤੀ ਗਈ ਕਿ ਹਰੇਕ ਰਾਜ ਵਿੱਚ ਜਿਹੜਾ ਇੱਕ ਉੱਚ ਅਦਾਲਤ ਹੋਵੇਗੀ ਯਾਨੀ ਕਿ ਹਾਈ ਕੋਰਟ ਹੋਵੇਗੀ। ਔਰ ਇਸ ਤੋਂ ਇਲਾਵਾ ਜਿਹੜਾ ਕੋਈ ਵੀ ਦੋ ਰਾਜ ਜਾਂ ਦੋ ਤੋਂ ਜ਼ਿਆਦਾ ਰਾਜ ਆਪਸ ਵਿੱਚ ਮਿਲ ਕੇ ਇੱਕ ਸਾਂਝੀ ਅਦਾਲਤ ਜਿਹੜੀ ਸਥਾਪਿਤ ਕਰ ਸਕਦੇ ਨੇ। ਜਿਵੇਂ ਤੁਸੀਂ ਐਗਜ਼ੈਂਪਲ ਲੈ ਸਕਦੇ ਹੋ ਪੰਜਾਬ, ਹਰਿਆਣਾ ਔਰ ਚੰਡੀਗੜ੍ਹ ਦਾ, ਜਿਨ੍ਹਾਂ ਵਿੱਚ ਪੰਜਾਬ ਅਤੇ ਹਰਿਆਣਾ ਦੋ ਸਟੇਟ ਨੇ ਔਰ ਚੰਡੀਗੜ੍ਹ ਇੱਕ ਸੰਘਾਤਮਕ ਖੇਤਰ ਹੈਗਾ ਜੀ। ਔਰ ਇਹਨਾਂ ਤਿੰਨਾਂ ਰਾਜਾਂ ਵਿੱਚ ਜਿਹੜੀ ਇੱਕ ਹੀ ਹਾਈ ਕੋਰਟ ਹੈਗੀ ਆ ਜਿਸ ਨੂੰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਨਾਮ ਨਾਲ ਜਾਣਿਆ ਜਾਂਦਾ ਹੈਗਾ। ਔਰ ਇਸ ਤੋਂ ਇਲਾਵਾ ਸੈਵਨ ਸਿਸਟਰ ਦੇ ਨਾਮ ਨਾਲ ਜਾਣੇ ਜਾਂਦੇ ਜਿਹੜੇ ਦੇਸ਼ ਹੈਗੇ ਆ ਅਸਾਮ, ਮੇਘਾਲਿਆ, ਮਣੀਪੁਰ, ਤ੍ਰਿਪੁਰਾ, ਨਾਗਾਲੈਂਡ ਔਰ ਅਰੁਣਾਚਲ ਪ੍ਰਦੇਸ਼। ਇਹ ਸਾਰੇ ਰਾਜਾਂ ਦੀ ਪਹਿਲਾਂ ਇੱਕ ਹੀ ਜਿਹੜੀ ਹਾਈ ਕੋਰਟ ਸੀ, ਪਰ ਜਿਹੜੇ ਹੁਣ ਤਿੰਨ ਰਾਜਾਂ ਨੇ ਮਿਲ ਕੇ ਜਿਹੜੀ ਹਾਈ ਕੋਰਟ ਜਿਹੜੀ ਇੱਕ ਵੱਖਰੀ ਬਣਾ ਲਈ ਹੈਗੀ ਆ ਔਰ ਤਿੰਨਾਂ ਰਾਜਾਂ ਦੀ ਇੱਕ ਵੱਖਰੀ ਹਾਈ ਕੋਰਟ ਹੈਗੀ ਆ। ਔਰ ਅੱਗੇ ਅਸੀਂ ਗੱਲ ਕਰਦੇ ਹਾਂ ਇਸ ਦੀ ਰਚਨਾ ਬਾਰੇ। ਤਾਂ ਇਸ ਵਿੱਚ ਇੱਕ ਮੁੱਖ ਜੱਜ ਹੁੰਦਾ ਹੈਗਾ ਜੀ ਔਰ ਬਾਕੀ ਹੋਰ ਵੀ ਜੱਜ ਹੁੰਦੇ ਨੇ। ਔਰ ਪਰ ਇਹਨਾਂ ਦੀ ਜਿਹੜੀ ਗਿਣਤੀ ਨਿਸ਼ਚਿਤ ਨਹੀਂ ਹੈਗੀ ਆ ਕਿਉਂਕਿ ਸਮੇਂ-ਸਮੇਂ 'ਤੇ ਰਾਸ਼ਟਰਪਤੀ ਦੁਆਰਾ ਉਸ ਰਾਜ ਦੇ ਰਾਜਪਾਲ ਦੀ ਸਲਾਹ ਨਾਲ ਜਿਹੜੇ ਜੱਜਾਂ ਦੀ ਨਿਯੁਕਤੀ ਕੀਤੀ ਜਾਂਦੀ ਹੈਗੀ ਆ ਔਰ ਇਹਨਾਂ ਦੀ ਗਿਣਤੀ ਵੱਧਦੀ ਘੱਟਦੀ ਰਹਿੰਦੀ ਹੈਗੀ ਆ। ਔਰ ਸਮੇਂ-ਸਮੇਂ 'ਤੇ ਜਿਹੜਾ ਰਾਸ਼ਟਰਪਤੀ ਦੁਆਰਾ ਜਿਹੜੀ ਵਾਧੂ ਜੱਜਾਂ ਦਾ ਜਿਹੜਾ ਭਾਰ ਨੂੰ ਘਟਾਉਣ ਲਈ, ਜਿਹੜੇ ਮੁਕੱਦਮਿਆਂ ਦਾ ਭਾਰ ਨੂੰ ਘਟਾਉਣ ਲਈ ਜਿਹੜੀ ਉਹ ਜੱਜਾਂ ਦੀ ਨਿਯੁਕਤੀ ਕੀਤੀ ਜਾਂਦੀ ਹੈਗੀ ਆ। ਔਰ ਇਸ ਤੋਂ ਇਲਾਵਾ ਆਰਜੀ ਜੱਜ ਵੀ ਨਿਯੁਕਤ ਕੀਤੇ ਜਾਂਦੇ ਨੇ ਜਿਹੜੇ 2 ਸਾਲ ਦੇ ਸਮੇਂ ਤੱਕ ਆਪਣੇ ਅਹੁਦੇ 'ਤੇ ਰਹਿੰਦੇ ਨੇ। ਔਰ ਇਸ ਤੋਂ ਅੱਗੇ ਅਸੀਂ ਗੱਲ ਕਰਦੇ ਹਾਂ ਇਸ ਦੀ ਹਾਈ ਕੋਰਟ ਦੇ ਜੱਜਾਂ ਦੀ ਕੁਆਲੀਫਿਕੇਸ਼ਨ ਬਾਰੇ। ਤਾਂ ਸਭ ਤੋਂ ਪਹਿਲਾਂ ਉਹ ਭਾਰਤ ਦਾ ਨਾਗਰਿਕ ਹੋਵੇ ਔਰ 10 ਸਾਲ ਤੱਕ ਕਿਸੇ ਨਿਆਇਕ ਖੇਤਰ ਵਿੱਚ ਕੰਮ ਕਰ ਰਿਹਾ ਹੋਵੇ ਔਰ ਇਸ ਤੋਂ ਇਲਾਵਾ 10 ਸਾਲ ਤੱਕ ਕਿਸੇ ਉੱਚ ਅਦਾਲਤ ਜਾਂ ਹੇਠਲੀ ਅਦਾਲਤ ਵਿੱਚ ਵਕੀਲ ਰਹਿ ਚੁੱਕਿਆ ਹੋਵੇ ਤਾਂ ਉਸੇ ਵਿਅਕਤੀ ਨੂੰ ਹੀ ਜਿਹੜਾ ਹਾਈ ਕੋਰਟ ਦੇ ਜੱਜ ਦੀ ਜਿਹੜੀ ਪੇਸ਼ਕਸ਼ ਦਿੱਤੀ ਜਾਂਦੀ ਹੈਗੀ ਜੀ। ਔਰ ਇਸ ਤੋਂ ਅੱਗੇ ਅਸੀਂ ਗੱਲ ਕਰਦੇ ਹਾਂ ਅਪੋਇੰਟਮੈਂਟ ਦੀ। ਤਾਂ ਹਾਈ ਕੋਰਟ ਦੇ ਜੱਜ ਦੀ ਅਪੋਇੰਟਮੈਂਟ ਜਿਹੜੀ ਰਾਸ਼ਟਰਪਤੀ ਦੁਆਰਾ ਕੀਤੀ ਜਾਂਦੀ ਹੈਗੀ ਹੈ ਜੀ। ਔਰ ਇਹ 217 ਆਰਟੀਕਲ ਦੇ ਅਧੀਨ ਜਿਸ ਦੀ ਸਿਫਾਰਿਸ਼ ਮੁੱਖ ਜੱਜ ਔਰ ਉਸ ਸੰਬੰਧਿਤ ਰਾਜ ਦੇ ਰਾਜਪਾਲ ਦੀ ਜਿਹੜੀ ਸਲਾਹ ਨਾਲ, ਠੀਕ ਹੈ ਜੀ, ਉਹ ਰਾਸ਼ਟਰਪਤੀ ਉਸ ਵਿਅਕਤੀ ਨੂੰ ਨਿਯੁਕਤ ਕਰਦਾ ਹੈਗਾ ਹਾਈ ਕੋਰਟ ਦੇ ਜੱਜ ਦੇ ਉੱਪਰ। ਔਰ ਇਸ ਤੋਂ ਇਲਾਵਾ ਰਾਸ਼ਟਰਪਤੀ ਔਰ ਜਿਹੜੇ ਰਾਜਪਾਲ ਉਸੇ ਵਿਅਕਤੀ ਨੂੰ ਹੀ ਜਿਹੜਾ ਹਾਈ ਕੋਰਟ ਦੇ ਅਹੁਦੇ ਲਈ ਜਿਹੜਾ ਨਿਯੁਕਤ ਕਰਦੇ ਨੇ ਜਿਹੜਾ ਵਿਅਕਤੀ ਸੀਨੀਅਰ ਹੋਵੇ, ਠੀਕ ਹੈ ਜੀ। ਔਰ ਇਸ ਵਿੱਚ ਸੀਨੀਅਰਤਾ ਦੇ ਸਿਧਾਂਤ ਨੂੰ ਜਿਹੜੀ ਪ੍ਰਮੁੱਖਤਾ ਦਿੱਤੀ ਜਾਂਦੀ ਹੈਗੀ ਆ। ਔਰ ਅੱਗੇ ਅਸੀਂ ਗੱਲ ਕਰਦੇ ਹਾਂ ਕਾਰਜਕਾਲ ਬਾਰੇ ਹਾਈ ਕੋਰਟ ਦੇ ਜੱਜ ਦੀ। ਤਾਂ ਹਾਈ ਕੋਰਟ ਦਾ ਜੱਜ ਆਪਣੇ ਅਹੁਦੇ 'ਤੇ 62 ਸਾਲ ਦੀ ਉਮਰ ਤੱਕ ਰਹਿ ਸਕਦਾ ਹੈਗਾ ਔਰ ਉਸ ਤੋਂ ਬਾਅਦ ਉਸਨੂੰ ਰਿਟਾਇਰਮੈਂਟ ਲੈਣੀ ਪੈਂਦੀ ਹੈਗੀ ਆ। ਇਸ ਤੋਂ ਇਲਾਵਾ ਹਾਈ ਕੋਰਟ ਦਾ ਜੱਜ ਪਹਿਲਾਂ ਵੀ ਜਿਹੜਾ ਹਟਾਇਆ ਜਾ ਸਕਦਾ ਹੈਗਾ ਦੋਨਾਂ ਸਦਨਾਂ ਦੇ ਬਹੁਮਤ ਦੁਆਰਾ। ਔਰ ਦੋਨੋਂ ਸਦਨ ਮਿਲ ਕੇ ਜਿਹੜੇ 2/3 ਬਹੁਮਤ ਪਾਸ ਕਰਕੇ ਜਿਹੜਾ ਮਹਾਂਦੋਸ਼ ਪੇਸ਼ ਕਰ ਸਕਦੇ ਨੇ, ਠੀਕ ਹੈ ਜੀ, ਸੰਸਦ ਵਿੱਚ। ਤਾਂ ਇਸ ਤਰ੍ਹਾਂ ਹਾਈ ਕੋਰਟ ਦੇ ਜੱਜ ਨੂੰ 62 ਸਾਲ ਦੀ ਉਮਰ ਤੋਂ ਪਹਿਲਾਂ ਵੀ ਹਟਾਇਆ ਜਾ ਸਕਦਾ ਹੈਗਾ। ਔਰ ਇਸ ਤੋਂ ਇਲਾਵਾ ਹਾਈ ਕੋਰਟ ਦਾ ਜੱਜ ਆਪਣੀ ਇੱਛਾ ਦੇ ਅਨੁਸਾਰ ਵੀ ਅਸਤੀਫਾ ਦੇ ਸਕਦਾ ਹੈਗਾ ਜੀ ਔਰ ਆਪਣੇ ਅਹੁਦੇ ਤੋਂ ਤਿਆਗ ਪੱਤਰ ਦੇ ਸਕਦਾ ਹੈਗਾ ਜੀ। ਤਾਂ ਅੱਗੇ ਅਸੀਂ ਗੱਲ ਕਰਦੇ ਹਾਂ ਜੁਰਿਸਡਿਕਸ਼ਨ ਆਫ ਹਾਈ ਕੋਰਟਸ ਦੇ। ਇਸ ਵਿੱਚ ਅਸੀਂ ਪੜ੍ਹਾਂਗੇ ਦੂਜਾ ਹਾਈ ਕੋਰਟ ਦਾ ਮੁੱਢਲਾ ਅਧਿਕਾਰ ਖੇਤਰ ਔਰ ਅਪੀਲੀ ਅਧਿਕਾਰ ਖੇਤਰ, ਠੀਕ ਹੈ ਜੀ। ਜੁਰਿਸਡਿਕਸ਼ਨ ਦਾ ਮਤਲਬ ਹੁੰਦਾ ਜੀ ਅਧਿਕਾਰ ਖੇਤਰ। ਤਾਂ ਇਸ ਵਿੱਚ 2 ਅਧਿਕਾਰ ਖੇਤਰ ਹੁੰਦੇ ਨੇ। ਇੱਕ ਮੁੱਢਲਾ ਅਧਿਕਾਰ ਖੇਤਰ ਵਿੱਚ ਜਿਸ ਵਿੱਚ ਸਿੱਧੇ ਜਿਹੜੇ ਮੁਕੱਦਮੇ ਹਾਈ ਕੋਰਟ ਦੇ ਵਿੱਚ ਹੀ ਲਿਆਂਦੇ ਜਾਂਦੇ ਨੇ ਔਰ ਅਪੀਲੀ ਅਧਿਕਾਰ ਖੇਤਰ ਵਿੱਚ ਜਿਹੜੀਆਂ ਹੇਠਲੀਆਂ ਅਦਾਲਤਾਂ ਤੋਂ ਜਿਹੜੇ ਮੁਕੱਦਮੇ ਆਉਂਦੇ ਨੇ ਉਹ ਅਪੀਲ ਰਾਹੀਂ ਜਿਹੜੇ ਹਾਈ ਕੋਰਟ ਵਿੱਚ ਜਾਂਦੇ ਨੇ। ਔਰ ਅੱਗੇ ਅਸੀਂ ਪੜ੍ਹਦੇ ਹਾਂ ਇਹਨਾਂ ਦੇ ਵਿਸਤਾਰ ਨਾਲ, ਠੀਕ ਹੈ ਜੀ, ਇਹਨਾਂ ਬਾਰੇ। ਤਾਂ ਮੁੱਢਲੇ ਅਧਿਕਾਰ ਖੇਤਰ ਵਿੱਚ ਅਜਿਹੇ ਜਿਹੜੇ ਮੁਕੱਦਮੇ ਆਉਂਦੇ ਨੇ ਜਿਹੜੇ ਨਾਗਰਿਕਾਂ ਦੇ ਮੌਲਿਕ ਅਧਿਕਾਰਾਂ ਨਾਲ ਜਿਹੜੇ ਸੰਬੰਧਿਤ ਮਾਮਲੇ ਹੁੰਦੇ ਨੇ, ਠੀਕ ਹੈ ਜੀ।
ਔਰ ਇਸ ਤੋਂ ਇਲਾਵਾ ਸੰਵਿਧਾਨ ਦੀ ਵਿਆਖਿਆ ਨਾਲ ਸੰਬੰਧਿਤ ਜਿਹੜੇ ਮਾਮਲੇ ਉਹ ਸਿੱਧੇ ਹੀ ਹਾਈ ਕੋਰਟ ਵਿੱਚ ਜਾਂਦੇ ਨੇ। ਔਰ ਇਸ ਤੋਂ ਇਲਾਵਾ ਵਸੀਅਤ, ਤਲਾਕ, ਵਿਆਹ ਔਰ ਕਿਸੇ ਕੰਪਨੀ ਦੇ ਕਾਨੂੰਨ ਬਾਰੇ, ਜਿਵੇਂ ਕਿ ਸਮੁੰਦਰੀ ਕਾਨੂੰਨ ਹੋ ਗਿਆ, ਠੀਕ ਹੈ ਜੀ, ਹੋਰ ਕਿਸੇ ਵੀ ਕੰਪਨੀ ਦੇ ਜਿਹੜੇ ਹੋਰ ਕੋਈ ਕਾਨੂੰਨ ਹੁੰਦੇ ਆ, ਠੀਕ ਹੈ ਜੀ, ਉਹ ਵੀ ਅਦਾਲਤ ਦੇ ਵਿੱਚ ਹਾਈ ਕੋਰਟ ਵਿੱਚ ਸਿੱਧੇ ਮੁਕੱਦਮੇ ਜਾ ਸਕਦੇ ਹੈਗੇ ਜੀ। ਔਰ ਇਸ ਤੋਂ ਇਲਾਵਾ ਵਿਧਾਇਕ ਦੀ ਚੋਣ ਸੰਬੰਧਿਤ ਜਿਹੜੇ ਝਗੜੇ ਹੁੰਦੇ ਹੈਗੇ ਜੀ, ਉਹ ਵੀ ਸਿੱਧੇ ਹਾਈ ਕੋਰਟ ਵਿੱਚ ਚਲੇ ਜਾਂਦੇ ਹੈਗੇ। ਔਰ ਇਸ ਤੋਂ ਇਲਾਵਾ ਜਿਹੜੇ ਮੁੰਬਈ, ਚੇਨਈ ਔਰ ਕੋਲਕਾਤਾ ਜਿਹੜੇ ਵੱਡੇ ਸ਼ਹਿਰ ਹੈਗੇ ਨੇ, ਇਹਨਾਂ ਦੀਆਂ ਉੱਚ ਅਦਾਲਤਾਂ ਵਿੱਚ ਜਿਹੜੇ ਦੀਵਾਨੀ ਮਾਮਲੇ ਵੀ ਲਿਆਂਦੇ ਜਾ ਸਕਦੇ ਨੇ, ਜਿਨ੍ਹਾਂ ਦੀ ਰਕਮ 25,000 ਤੋਂ ਉੱਪਰ ਹੋਵੇ, ਠੀਕ ਹੈ ਜੀ। ਤਾਂ ਇਹ ਸਾਰੇ ਜਿਹੜੇ ਮਾਮਲੇ ਸਿੱਧੇ ਹੀ ਹਾਈ ਕੋਰਟ ਵਿੱਚ ਜਾਂਦੇ ਨੇ। ਔਰ ਇਸ ਤੋਂ ਇਲਾਵਾ ਜਿਹੜੇ ਮੁਕੱਦਮੇ ਅਪੀਲ ਰਾਹੀਂ ਜਿਹੜੀ ਹਾਈ ਕੋਰਟ ਵਿੱਚ ਆਉਂਦੇ ਨੇ, ਉਹਨਾਂ ਬਾਰੇ ਅਸੀਂ ਦੇਖਦੇ ਹਾਂ ਹੁਣ। ਔਰ ਅਪੀਲੀ ਅਧਿਕਾਰ ਖੇਤਰ ਵਿੱਚ ਅਜਿਹੇ ਮਾਮਲੇ ਆਉਂਦੇ ਨੇ ਜਿਸ ਵਿੱਚ ਕਿਸੇ ਦੀਵਾਨੀ ਮਾਮਲੇ ਆਉਂਦੇ ਨੇ ਜਿਨ੍ਹਾਂ ਵਿੱਚ ਜ਼ਮੀਨੀ ਝਗੜੇ ਹੋਵੇ, ਠੀਕ ਹੈ ਜੀ। ਜ਼ਮੀਨੀ ਝਗੜੇ ਵਿੱਚ ਜਿਹੜਾ ਜ਼ਿਆਦਾ ਜ਼ਮੀਨ ਵਾਲੇ ਝਗੜੇ ਹੋਣ, ਠੀਕ ਹੈ ਜੀ, ਅਤੇ ਜਿਨ੍ਹਾਂ ਦੀ ਜਿਹੜੀ ਕੀਮਤ ਜ਼ਿਆਦਾ ਹੋਵੇ, ਉਹਨਾਂ ਜਿਹੜੇ ਮੁਕੱਦਮਿਆਂ ਨੂੰ ਹਾਈ ਕੋਰਟ ਵਿੱਚ ਲਿਆਂਦਾ ਜਾਂਦਾ ਹੈਗਾ। ਔਰ ਇਸ ਤੋਂ ਇਲਾਵਾ ਕਾਨੂੰਨ ਦੀ ਵਿਆਖਿਆ ਨਾਲ ਸੰਬੰਧਿਤ ਜਿੰਨੇ ਵੀ ਮੁਕੱਦਮੇ ਨੇ, ਉਹਨਾਂ ਨੂੰ ਵੀ ਜਿਹੜਾ ਹਾਈ ਕੋਰਟ ਵਿੱਚ ਲਿਆਂਦਾ ਜਾ ਸਕਦਾ ਹੈਗਾ ਜੀ। ਔਰ ਜਿਸ ਵਿੱਚ ਇਹ ਹੇਠਲੀਆਂ ਅਦਾਲਤਾਂ ਤੋਂ ਹੀ ਆਉਂਦੇ ਨੇ, ਠੀਕ ਹੈ ਜੀ। ਹੇਠਲੀਆਂ ਅਦਾਲਤਾਂ ਜਿਵੇਂ ਸੈਸ਼ਨ ਜੱਜ ਹੋ ਗਿਆ ਜੀ, ਉਹ ਇਹਨਾਂ ਉੱਪਰ ਫੈਸਲਾ ਦਿੰਦਾ ਹੈਗਾ। ਔਰ ਉਸ ਫੈਸਲੇ ਦੇ ਉੱਪਰ ਜੇ ਵਿਰੋਧ ਵਿੱਚ ਜਿਹੜਾ ਵਿਅਕਤੀ ਜਿਹੜਾ ਉੱਚ ਅਦਾਲਤਾਂ ਵਿੱਚ ਅਪੀਲ ਕਰ ਸਕਦਾ ਹੈਗਾ। ਔਰ ਇਸ ਤੋਂ ਇਲਾਵਾ ਇਸ ਤੋਂ ਅੱਗੇ ਵੀ ਤੁਸੀਂ ਦੇਖ ਸਕਦੇ ਹੋ ਹੇਠਲੀਆਂ ਅਦਾਲਤਾਂ ਜਿਹੜੇ ਵਿਰੁੱਧ ਅਪੀਲ ਵਜੋਂ, ਠੀਕ ਹੈ ਜੀ। ਤਾਂ ਹੇਠਲੀਆਂ ਅਦਾਲਤਾਂ ਦੇ ਵਿਰੁੱਧ ਵਿੱਚ ਜਿਹੜਾ ਅਪੀਲ ਵਿੱਚ ਜਿਹੜਾ ਹਾਈ ਕੋਰਟ ਵਿੱਚ ਮੁਕੱਦਮੇ ਲਿਆਂਦੇ ਜਾ ਸਕਦੇ ਨੇ। ਔਰ ਇਸ ਤੋਂ ਇਲਾਵਾ ਫੌਜਦਾਰੀ ਮੁਕੱਦਮੇ ਵੀ ਹੈਗੇ ਜੀ। ਇਸ ਵਿੱਚ ਫੌਜਦਾਰੀ ਮੁਕੱਦਮੇ ਜਿਨ੍ਹਾਂ ਵਿੱਚ ਸੈਸ਼ਨ ਜੱਜ ਦੁਆਰਾ ਕਿਸੇ ਵਿਅਕਤੀ ਨੂੰ 7 ਸਾਲ ਦੀ ਜਿਹੜੀ ਕੈਦ ਹੋ ਜਾਵੇ, ਤਾਂ ਉਸ ਦੀ ਵਿਰੁੱਧ ਵਿੱਚ ਜਿਹੜਾ ਵਿਅਕਤੀ ਹਾਈ ਕੋਰਟ ਵਿੱਚ ਜਾ ਸਕਦਾ ਹੈਗਾ ਜੀ। ਔਰ ਇਸ ਤੋਂ ਇਲਾਵਾ ਕਿਸੇ ਹੇਠਲੀ ਅਦਾਲਤ ਦੇ ਜੱਜ ਦੁਆਰਾ ਮੌਤ ਦੀ ਸਜ਼ਾ ਦਿੱਤੀ ਜਾਵੇ, ਠੀਕ ਹੈ ਜੀ, ਕਿਸੇ ਵਿਅਕਤੀ ਨੂੰ, ਤਾਂ ਉਹ ਵਿਅਕਤੀ ਉੱਚ ਅਦਾਲਤ ਦਾ ਦਰਵਾਜ਼ਾ ਖੜਕਾ ਸਕਦਾ ਹੈਗਾ। ਔਰ ਉੱਚ ਅਦਾਲਤ ਦੀ ਜਿਹੜੀ ਉਸ ਸਮੇਂ ਤੱਕ ਜਿਹੜੀ ਉਸ ਵਿਅਕਤੀ ਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ ਜਾਵੇਗੀ ਜਦੋਂ ਤੱਕ ਉੱਚ ਅਦਾਲਤ ਦਾ ਜਿਹੜੀ ਪੁਸ਼ਟੀ ਨਾ ਕਰ ਲਈ ਜਾਵੇ, ਠੀਕ ਹੈ ਜੀ। ਉੱਚ ਅਦਾਲਤ ਦੁਆਰਾ ਜਿਹੜੀ ਪੁਸ਼ਟੀ ਨਾ ਕਰ ਲਈ ਜਾਵੇ ਉਸ ਮੁਕੱਦਮੇ ਦੀ, ਉਸ ਸਮੇਂ ਤੱਕ ਉਸ ਵਿਅਕਤੀ ਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ ਜਾਵੇਗੀ। ਔਰ ਇਸ ਤੋਂ ਇਲਾਵਾ ਸੰਵਿਧਾਨ ਦੀ ਵਿਆਖਿਆ ਨਾਲ ਸੰਬੰਧਿਤ ਜਿੰਨੇ ਵੀ ਮਾਮਲੇ, ਠੀਕ ਹੈ ਜੀ, ਉਸ ਵਿਰੁੱਧ ਵੀ ਜਿਹੜੀ ਅਪੀਲ ਜਿਹੜਾ ਵਿਅਕਤੀ ਕਰ ਸਕਦਾ ਹੈਗਾ ਸਿੱਧੀ ਹਾਈ ਕੋਰਟ ਵਿੱਚ। ਹੁਣ ਅਸੀਂ ਹਾਈ ਕੋਰਟ ਦੀਆਂ ਸ਼ਕਤੀਆਂ ਬਾਰੇ ਪੜ੍ਹਾਂਗੇ ਜੀ। ਤਾਂ ਸਭ ਤੋਂ ਜਿਹੜੀ ਪਹਿਲੀ ਸ਼ਕਤੀ ਹੈਗੀ ਜੀ, ਜੁਡੀਸ਼ੀਅਲ ਰਿਵਿਊ, ਜਿਸ ਨੂੰ ਨਿਆਇਕ ਪੁਨਰ ਨਿਰੀਖਣ ਦੇ ਨਾਂ ਨਾਲ ਜਾਣਿਆ ਜਾਂਦਾ ਹੈਗਾ ਜੀ। ਔਰ ਇਸ ਵਿੱਚ ਕੋਈ ਵੀ ਅਜਿਹਾ ਮੁਕੱਦਮਾ ਜਿਹੜਾ ਸੰਵਿਧਾਨ ਦੀ ਉਲੰਘਣਾ ਕਰਦਾ ਹੋਵੇ, ਉਸ ਕਾਨੂੰਨ ਦੀ ਜਿਹੜੀ ਪੁਨਰ ਨਿਰੀਖਣ ਕੀਤਾ ਜਾਂਦਾ ਹੈਗਾ ਜੀ। ਔਰ ਉਸ ਨੂੰ ਕਾਨੂੰਨ ਨੂੰ ਬਦਲ ਵੀ ਦਿੱਤਾ ਜਾਂਦਾ ਹੈਗਾ ਹਾਈ ਕੋਰਟ ਦੁਆਰਾ। ਔਰ ਇਸ ਤੋਂ ਅੱਗੇ ਅਸੀਂ ਗੱਲ ਕਰਾਂਗੇ ਰਿਕਾਰਡ ਅਦਾਲਤਾਂ ਵਜੋਂ। ਤਾਂ ਇਸ ਵਿੱਚ ਹਾਈ ਕੋਰਟ ਦੇ ਜਿੰਨੇ ਵੀ ਫੈਸਲੇ ਉਹ ਇੱਕ ਰਿਕਾਰਡ ਦੇ ਵਜੋਂ ਜਿਹੜੇ ਰੱਖੇ ਜਾਂਦੇ ਨੇ, ਬਕਾਇਦਾ ਰਿਕਾਰਡ ਬਣਦਾ ਜੀ ਉਹਨਾਂ ਦਾ, ਜਿਸ ਵਿੱਚ ਹਾਈ ਕੋਰਟ ਦੇ ਜਿਹੜੇ ਰਿਕਾਰਡ ਨੂੰ ਸੌਫਟ ਕਾਪੀ ਜਾਂ ਹਾਰਡ ਕਾਪੀ ਦੇ ਵਿੱਚ ਜਿਹੜਾ ਸਾਂਭ ਕੇ ਰੱਖਿਆ ਜਾਂਦਾ ਹੈਗਾ ਜੀ ਉਹਨਾਂ ਦੇ ਰਿਕਾਰਡ ਨੂੰ। ਔਰ ਤਾਂ ਕਿ ਸਮੇਂ 'ਤੇ ਆਉਣ ਵਾਲੇ ਜਿਹੜੇ ਜੱਜ ਉਹਨਾਂ ਤੋਂ ਇੱਕ ਸੇਧ ਲੈ ਸਕਣ। ਇਸ ਤੋਂ ਅੱਗੇ ਅਸੀਂ ਗੱਲ ਕਰਾਂਗੇ ਲੇਖ ਜਾਰੀ ਕਰਨ ਦੀ ਸ਼ਕਤੀ। ਤਾਂ ਹਾਈ ਕੋਰਟ ਜਿਹੜੇ ਮੌਲਿਕ ਅਧਿਕਾਰਾਂ ਨੂੰ ਲਾਗੂ ਕਰਨ ਲਈ ਜਿਹੜੇ ਲੇਖ ਜਾਰੀ ਕਰ ਸਕਦੀ ਹੈਗੀ ਜੀ, ਜਿਨ੍ਹਾਂ ਵਿੱਚ ਬੰਦੀ ਪ੍ਰਤੱਖਣ, ਪਰਮ ਆਦੇਸ਼, ਮਨਾਹੀ ਆਦੇਸ਼, ਅਧਿਕਾਰ ਪ੍ਰੀਖਿਆ ਜਿਹੜਾ ਆਦੇਸ਼ ਔਰ ਉੱਤ ਪ੍ਰੀਖਣ ਆਦੇਸ਼, ਇਹਨਾਂ ਵਿੱਚ ਹਾਈ ਕੋਰਟ ਆਪਣੀਆਂ ਹੇਠਲੀਆਂ ਅਦਾਲਤਾਂ ਉੱਪਰ ਕੰਟਰੋਲ ਕਰਦੀਆਂ ਹੈਗੀਆਂ ਜੀ। ਔਰ ਉਹਨਾਂ ਨੂੰ ਜਿਹੜਾ ਪੁੱਛ ਸਕਦੀਆਂ ਹੈਗੀਆਂ ਕਿ ਕਿਸੇ ਵਿਅਕਤੀ ਨੂੰ ਕਿਉਂ ਗ੍ਰਿਫਤਾਰ ਕੀਤਾ ਹੈਗਾ ਜੀ। ਔਰ ਉਹਨਾਂ ਨੂੰ ਆਦੇਸ਼ ਦੇ ਸਕਦੀਆਂ ਹੈਗੀਆਂ, ਉਹਨਾਂ ਨੂੰ ਮਨ੍ਹਾ ਕਰ ਸਕਦੀਆਂ ਕਿਸੇ ਵੀ ਵਿਅਕਤੀ ਨੂੰ ਸਜ਼ਾ ਦੇਣ ਲਈ। ਔਰ ਉਹਨਾਂ ਦੇ ਅਧਿਕਾਰ ਬਾਰੇ ਪੁੱਛ ਸਕਦੀਆਂ ਹੈਗੀਆਂ ਜੀ ਹੇਠਲੀਆਂ ਅਦਾਲਤਾਂ ਤੋਂ। ਔਰ ਉਸ ਨਾਲ ਉਹਨਾਂ ਦੇ ਫੈਸਲੇ 'ਤੇ ਉੱਤ ਪ੍ਰੀਖਣ ਕਰ ਸਕਦੀਆਂ ਹੈਗੀਆਂ ਜੀ, ਉਹਨਾਂ ਦੀ ਜਾਂਚ ਕਰ ਸਕਦੀਆਂ ਹੈਗੀਆਂ ਉਹਨਾਂ ਦੇ ਫੈਸਲੇ ਦੀ। ਔਰ ਇਸ ਤੋਂ ਅੱਗੇ ਅਸੀਂ ਗੱਲ ਕਰਾਂਗੇ ਪ੍ਰਸ਼ਾਸਕੀ ਸ਼ਕਤੀਆਂ ਦੀ। ਤਾਂ ਇਹਨਾਂ ਵਿੱਚ ਹਾਈ ਕੋਰਟ ਦੇ ਜੱਜ ਆਪਣੇ ਅਧੀਨ ਅਦਾਲਤਾਂ ਦੀ ਨਿਗਰਾਨੀ ਰੱਖਦੇ ਨੇ ਜੀ। ਔਰ ਉਹਨਾਂ ਦੇ ਨਿਯਮ ਬਣਾਉਂਦੇ ਨੇ ਜਿਨ੍ਹਾਂ ਦੇ ਅਨੁਸਾਰ ਹੇਠਲੀਆਂ ਅਦਾਲਤਾਂ ਨੂੰ ਆਪਣਾ ਕਾਰਜ ਕਰਨਾ ਪੈਂਦਾ ਹੈਗਾ। ਔਰ ਇਸ ਤੋਂ ਇਲਾਵਾ
ਅਧੀਨ ਅਦਾਲਤਾਂ ਦੇ ਰਿਕਾਰਡ ਔਰ ਉਹਨਾਂ ਦੇ ਦਸਤਾਵੇਜ਼ ਬਾਰੇ ਪੁੱਛ ਪੜਤਾਲ ਕਰ ਸਕਦੀਆਂ ਹੈਗੀਆਂ ਹਾਈ ਕੋਰਟ। ਔਰ ਇਸ ਤੋਂ ਇਲਾਵਾ ਇੱਕ ਅਦਾਲਤ ਵਿੱਚੋਂ ਮਾਮਲੇ ਨੂੰ ਕਿਸੇ ਦੂਜੀ ਅਦਾਲਤ ਵਿੱਚ ਭੇਜ ਸਕਦੀ ਹੈਗੇ ਹਾਈ ਕੋਰਟ, ਕਿਉਂਕਿ ਕਈ ਵਾਰ ਵਿਅਕਤੀ ਨੂੰ ਨਿਆਂ ਲੈਣ ਵਿੱਚ ਦੇਰੀ ਹੋ ਜਾਂਦੀ ਹੈਗੀ ਆ। ਔਰ ਇਸ ਕਰਕੇ ਜਿਹੜੀਆਂ ਹਾਈ ਕੋਰਟ ਹੇਠਲੀਆਂ ਅਦਾਲਤਾਂ ਵਿੱਚੋਂ ਜਿਹੜਾ ਕਿਸੇ ਵਿਅਕਤੀ ਨੂੰ ਨਿਆਂ ਨਹੀਂ ਮਿਲ ਰਿਹਾ, ਤਾਂ ਹਾਈ ਕੋਰਟ ਉਸ ਵਿਅਕਤੀ ਦੇ ਜਿਹੜੇ ਮੁਕੱਦਮੇ ਨੂੰ ਆਪਣੇ ਕੋਲ ਵੀ ਬੁਲਾ ਸਕਦੀਆਂ ਨੇ ਔਰ ਕਿਸੇ ਦੂਸਰੀ ਅਦਾਲਤ ਵਿੱਚ ਵੀ ਭੇਜ ਸਕਦੀਆਂ ਨੇ ਉਸ ਮੁਕੱਦਮੇ ਨੂੰ ਜੀ। ਔਰ ਇਸ ਤੋਂ ਅੱਗੇ ਅਸੀਂ ਗੱਲ ਕਰਾਂਗੇ ਹੋਰ ਜਿਹੜੀਆਂ ਪ੍ਰਸ਼ਾਸਕੀ ਸ਼ਕਤੀਆਂ ਜਿਹੜੀਆਂ ਮਿਲੀਆਂ ਨੇ। ਹੋਰ ਦੇਖੋ ਕਿਹੜੀਆਂ ਕਿਹੜੀਆਂ ਸ਼ਕਤੀਆਂ ਨੇ ਜੀ। ਇਹਨਾਂ ਵਿੱਚ ਅਦਾਲਤਾਂ ਦੀ ਕਾਰਵਾਈ ਨੂੰ ਨਿਯਮਬੱਧ ਕਰਦੀਆਂ ਨੇ ਜੀ, ਔਰ ਆਪਣੇ ਅਧੀਨ ਅਦਾਲਤਾਂ ਦੇ ਮੁਕੱਦਮੇ ਆਪਣੇ ਕੋਲ ਵੀ ਲਿਆ ਸਕਦੀਆਂ ਨੇ ਜੀ। ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਹੈਗਾ ਕਿ ਉਹ ਆਪਣੇ ਕੋਲ ਲਿਆ ਸਕਦੀਆਂ ਨੇ ਔਰ ਉਸ ਤੋਂ ਉੱਪਰ ਫੈਸਲਾ ਵੀ ਦੇ ਸਕਦੀਆਂ ਨੇ। ਔਰ ਇਸ ਤੋਂ ਇਲਾਵਾ ਉੱਚ ਅਦਾਲਤ ਆਪਣੇ ਪ੍ਰਸ਼ਾਸਕੀ ਕਰਮਚਾਰੀਆਂ ਦੀਆਂ ਨਿਯੁਕਤੀਆਂ, ਉਹਨਾਂ ਦੀ ਤਰੱਕੀ, ਉਹਨਾਂ ਦੀ ਬਦਲੀ ਰਾਜਪਾਲ ਦੀ ਸਲਾਹ ਨਾਲ ਕਰਦੀਆਂ ਨੇ। ਔਰ ਇਸ ਤੋਂ ਇਲਾਵਾ ਜ਼ਿਲ੍ਹਾ ਜੱਜ ਦੀ ਨਿਯੁਕਤੀ, ਉਸ ਦੀ ਤਰੱਕੀ ਔਰ ਬਦਲੀ ਔਰ ਇਹ ਵੀ ਰਾਜਪਾਲ ਦੀ ਸਲਾਹ ਨਾਲ ਕੀਤੀ ਜਾਂਦੀ ਹੈਗੀ ਜੀ। ਔਰ ਇਸ ਤੋਂ ਇਲਾਵਾ ਇਹ ਜਿਹੜੀ ਜ਼ਿਲ੍ਹਾ ਜੱਜ ਦੀ ਨਿਯੁਕਤੀ ਜਿਹੜਾ ਰਾਜ ਲੋਕ ਸੇਵਾ ਕਮਿਸ਼ਨ ਦੀ ਸਿਫਾਰਿਸ਼ ਉੱਪਰ ਕੀਤੀ ਜਾਂਦੀ ਹੈਗੀ ਜੀ। ਔਰ ਇਸ ਤੋਂ ਅਸੀਂ ਗੱਲ ਕਰਦੇ ਹਾਂ ਅਧੀਨ ਅਦਾਲਤਾਂ ਬਾਰੇ। ਅਸੀਂ ਜਾਣ ਲੈਂਦੇ ਹਾਂ ਕਿ ਕਿਹੜੀਆਂ ਕਿਹੜੀਆਂ ਅਧੀਨ ਅਦਾਲਤਾਂ ਹੁੰਦੀਆਂ ਨੇ, ਜਿਨ੍ਹਾਂ ਵਿੱਚ ਹੈਗੇ ਜੀ ਫੌਜਦਾਰੀ ਅਦਾਲਤਾਂ, ਦੀਵਾਨੀ ਅਦਾਲਤਾਂ ਅਤੇ ਮਾਲੀਆ ਅਦਾਲਤਾਂ। ਅਤੇ ਫੌਜਦਾਰੀ ਅਦਾਲਤਾਂ ਦੀ ਜਿਹੜਾ ਜੱਜ ਹੁੰਦਾ ਜੀ ਸੈਸ਼ਨ ਜੱਜ ਹੁੰਦਾ ਇਸ ਵਿੱਚ, ਔਰ ਦੀਵਾਨੀ ਅਦਾਲਤਾਂ ਵਿੱਚ ਜ਼ਿਲ੍ਹਾ ਜੱਜ ਹੁੰਦਾ ਹੈਗਾ ਜੀ। ਔਰ ਮਾਲੀ ਅਦਾਲਤਾਂ ਦਾ ਜਿਹੜਾ ਜੱਜ ਹੁੰਦਾ ਹੈਗਾ ਉਸ ਨੂੰ ਡਿਪਟੀ ਕਮਿਸ਼ਨਰ ਕਿਹਾ ਜਾਂਦਾ ਹੈਗਾ ਜੀ। ਔਰ ਡਿਪਟੀ ਕਮਿਸ਼ਨਰ ਸਾਰਾ ਜਿੰਨਾ ਵੀ ਜ਼ਮੀਨ ਦੇ ਬਾਰੇ ਜਿਹੜਾ ਰਿਕਾਰਡ ਹੁੰਦਾ ਜੀ ਉਸ ਦੀ ਜਾਂਚ ਕਰਦਾ ਹੈਗਾ। ਔਰ ਹੁਣ ਅਸੀਂ ਦੇਖਦੇ ਹਾਂ ਇਸ ਤੋਂ ਇਲਾਵਾ ਵੀ ਹੋਰ ਵੀ ਅਦਾਲਤਾਂ ਹੁੰਦੀਆਂ ਨੇ, ਜਿਨ੍ਹਾਂ ਵਿੱਚ ਫਸਟ ਟਰੈਕ ਹਾਈ ਕੋਰਟ, ਫਸਟ ਟਰੈਕ ਕੋਰਟਸ ਔਰ ਖਪਤਕਾਰੀ ਅਦਾਲਤਾਂ ਜਿਹੜੀਆਂ ਕਿਸੇ ਗ੍ਰਾਹਕ ਦੇ ਸੰਬੰਧੀ ਹੁੰਦੀਆਂ ਜੀ, ਗ੍ਰਾਹਕ ਦੇ ਨਿਯਮਾਂ ਨੂੰ ਉਲੰਘਣਾ ਦੇ ਸੰਬੰਧੀ ਹੁੰਦੀਆਂ ਨੇ, ਠੀਕ ਹੈ ਜੀ। ਔਰ ਪਰਿਵਾਰਿਕ ਅਦਾਲਤਾਂ ਮਜ਼ਦੂਰ ਨਾਲ ਸੰਬੰਧਿਤ, ਠੀਕ ਹੈ ਜੀ, ਮਜ਼ਦੂਰੀ ਅਦਾਲਤਾਂ, ਪੰਚਾਇਤ ਪੱਧਰ ਦੀ ਬਹੁਤ ਸਾਰੀਆਂ ਅਦਾਲਤਾਂ ਹੁੰਦੀਆਂ ਨੇ ਔਰ ਸਰਵਜਨਿਕ ਹਿੱਤ ਅਦਾਲਤਾਂ ਵੀ ਹੁੰਦੀਆਂ ਨੇ, ਠੀਕ ਹੈ ਜੀ। ਤਾਂ ਇਹ ਸਾਰੀਆਂ ਅਦਾਲਤਾਂ ਸਮੇਂ ਸਮੇਂ 'ਤੇ ਜਿਹੜੀਆਂ ਹੋਂਦ ਵਿੱਚ ਆਉਂਦੀਆਂ ਨੇ, ਔਰ ਤਾਂ ਕਿ ਵਿਅਕਤੀ ਨੂੰ ਕਿਸੇ ਵੀ ਵਿਅਕਤੀ ਨੂੰ ਨਿਆਂ ਲੈਣ ਵਿੱਚ ਦੇਰੀ ਨਾ ਹੋਵੇ, ਠੀਕ ਹੈ ਜੀ। ਔਰ ਇਸ ਤੋਂ ਅੱਗੇ ਅਸੀਂ ਦੇਖਦੇ ਹਾਂ ਕਿ ਕਿੰਨੀਆਂ ਹਾਈ ਕੋਰਟ ਨੇ ਸਾਡੇ ਆਪਣੇ ਇੰਡੀਆ ਦੇ ਵਿੱਚ ਜੀ। ਤਾਂ ਕੁੱਲ 24 ਅਦਾਲਤਾਂ ਨੇ, ਠੀਕ ਹੈ ਜੀ। ਔਰ ਜਿਨ੍ਹਾਂ ਵਿੱਚ ਤੁਸੀਂ ਦੇਖ ਸਕਦੇ ਹੋ ਇਲਾਹਾਬਾਦ, ਆਂਧਰਾ ਪ੍ਰਦੇਸ਼, ਬੰਬੇ, ਕੋਲਕਾਤਾ, ਦਿੱਲੀ, ਗੁਹਾਟੀ, ਗੁਜਰਾਤ, ਹਿਮਾਚਲ ਪ੍ਰਦੇਸ਼, ਜੰਮੂ ਐਂਡ ਕਸ਼ਮੀਰ, ਕਰਨਾਟਕਾ, ਕੇਰਲਾ, ਮੱਧ ਪ੍ਰਦੇਸ਼, ਮਦਰਾਸ, ਉੜੀਸਾ, ਪਟਨਾ, ਪੰਜਾਬ ਐਂਡ ਹਰਿਆਣਾ, ਰਾਜਸਥਾਨ, ਸਿੱਕਮ, ਛੱਤੀਸਗੜ੍ਹ, ਉੱਤਰਾਂਚਲ, ਝਾਰਖੰਡ, ਮੇਘਾਲਿਆ, ਮਣੀਪੁਰ ਔਰ ਤ੍ਰਿਪੁਰਾ, ਠੀਕ ਹੈ ਜੀ। ਤਾਂ 24 ਅਦਾਲਤਾਂ ਨੇ, ਠੀਕ ਹੈ ਜੀ, ਸਾਡੇ ਇੰਡੀਆ ਦੇ ਵਿੱਚ। ਔਰ ਇਸ ਤੋਂ ਇਲਾਵਾ ਤੁਸੀਂ ਦੇਖੋਗੇ ਕਿ ਪੰਜਾਬ ਐਂਡ ਹਰਿਆਣਾ ਦੀ ਕੋਈ ਹਾਈ ਕੋਰਟ ਹੈਗੀ ਜੀ। ਔਰ ਇਹਨਾਂ ਦੀ ਸੈਵਨ ਸਿਸਟਰ ਵਿੱਚ ਵੀ, ਠੀਕ ਹੈ ਜੀ, ਸੈਵਨ ਸਿਸਟਰ ਜਿਹੜੇ ਨਾਂ ਨਾਲ ਜਾਣੇ ਜਾਂਦੇ ਜਿਹੜੇ ਦੇਸ਼ ਹੈਗੇ ਜੀ, ਅਸਾਮ, ਮਣੀਪੁਰ, ਮੇਘਾਲਿਆ, ਨਾਗਾਲੈਂਡ, ਤ੍ਰਿਪੁਰਾ, ਮਿਜ਼ੋਰਮ, ਇਹਨਾਂ ਕੋਲ ਵੀ ਆਪਣੀਆਂ ਜਿਹੜੀ ਇੱਕ ਅਦਾਲਤ ਹੈਗੀ ਜੀ। ਪਰ ਹੁਣ ਜਿਹੜੀ 3 ਰਾਜਾਂ ਨੇ ਮਿਲ ਕੇ ਇੱਕ ਨਵੀਂ ਜਿਹੜੀ ਅਦਾਲਤ ਬਣਾ ਲਈ ਹੈਗੀ ਜੀ। ਤਾਂ ਅੱਜ ਦੀ ਵੀਡੀਓ ਸਮਾਪਤ ਹੁੰਦੀ ਹੈਗੀ ਜੀ, ਅਤੇ ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਜਿਹੜੀ ਸੀਰੀਜ਼ ਪਸੰਦ ਆ ਰਹੀ ਹੋਵੇਗੀ ਜੀ ਮਾਸਟਰ ਕੇਡਰ ਦੀ। ਔਰ ਅਗਲੀ ਵੀਡੀਓ ਵਿੱਚ ਮਿਲਦੇ ਹਾਂ ਜੀ, ਤਾਂ ਇੱਕ ਨਵਾਂ ਚੈਪਟਰ ਲੈ ਕੇ ਹਾਜ਼ਰ ਹੋਵਾਂਗੇ ਕੱਲ੍ਹ ਨੂੰ ਫਿਰ ਜੀ। ਤਾਂ ਤਦ ਤੱਕ ਲਈ ਧੰਨਵਾਦ ਜੀ।